ਸਰੀ BC ਤੋਂ ਮੈਂ ਹਾਂ ਹਰਦਮ ਸਿੰਘ ਮਾਨ, ਪ੍ਰਵਾਸੀ TV ਲਈ। ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਹਲਕਿਆਂ ਦੀ ਬਹੁਤ ਹੀ ਮਾਣਯੋਗ ਹਸਤੀ ਸਰਦਾਰ ਦਲਜੀਤ ਸਿੰਘ ਸੰਧੂ 18 ਮਈ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸਿੱਖ ਭਾਈਚਾਰੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਸੀ, ਬਹੁਤ ਵੱਡੀ ਹਸਤੀ ਸਨ। ਉਹ 2 ਵਾਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਰਹੇ ਅਤੇ ਇੱਥੇ ਖੇਡਾਂ ਤੇ ਜੋ ਇੱਥੋਂ ਦੀ ਸਿੱਖ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਇੱਥੇ ਨਗਰ ਕੀਰਤਨ ਦਾ ਜੋ ਕੱਢਣ ਦਾ ਆਗਾਜ਼ ਹੋਇਆ ਤਾਂ ਉਹਨਾਂ ਦੇ ਕਾਰਜਕਾਲ ਵਿੱਚ ਉਹਨਾਂ ਨੇ ਬੜੀ ਅਹਿਮ ਭੂਮਿਕਾ ਨਿਭਾਈ। ਅੱਜ ਸਿੱਖ ਸੰਗਤਾਂ ਵੱਲੋਂ ਉਹਨਾਂ ਨੂੰ ਬੜੀਆਂ ਨਮ ਅੱਖਾਂ ਨਾਲ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਕੁਝ ਬਹੁਤ ਹੀ ਕਰੀਬੀ ਸਾਥੀ ਤੇ ਸਰੀ ਵੈਨਕੂਵਰ ਦੀਆਂ ਕਈ ਪ੍ਰਮੁੱਖ ਸੰਸਥਾਵਾਂ ਦੇ ਆਗੂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ, ਜਿਨ੍ਹਾਂ ਵਿੱਚ ਹਰੀ ਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਬਾਨੀ ਸਰਦਾਰ ਜੈਤੀਕ ਸਿੰਘ ਅਨੰਤ, ਕੈਨੇਡੀਅਨ ਰਾਮਗੜੀਆ ਸੁਸਾਇਟੀ ਦੇ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਜੱਬਲ, ਪਰਮਜੀਤ ਸਿੰਘ ਰੰਧਾਵਾ ਜੋ ਗੁਰਦੁਆਰਾ ਦਸ਼ਮੇਸ਼ ਦਰਬਾਰ ਕਮੇਟੀ ਦੇ ਮੈਂਬਰ ਨੇ, ਤੇ ਸਰਦਾਰ ਲਖਵੀਰ ਸਿੰਘ ਖੰਗੂਰਾ ਜੋ ਸਪੋਕਸਮੈਨ ਨੇ ਸਿੱਖ ਸੰਗਤ ਵੈਨਕੂਵਰ ਦੇ। ਸੋ ਆਪਣੇ ਸ਼ਰਧਾ ਦੇ ਫੁੱਲ ਸਰਦਾਰ ਦਲਜੀਤ ਸਿੰਘ। ਅੱਜ ਅਸੀਂ ਸਰਦਾਰ ਦਲਜੀਤ ਸਿੰਘ ਸੰਧੂ ਦੀ ਯਾਦ ਵਿੱਚ ਵੱਖ-ਵੱਖ ਸੰਸਥਾਵਾਂ ਦੇ ਕੁਛ ਇੱਕ ਪ੍ਰਤੀਨਿਧ ਜੁੜੇ ਹਾਂ। ਉਹਨੂੰ ਆਪਣੇ ਯਾਦ ਦੇ ਵਿੱਚ, ਕਿਉਂਕਿ ਸਰਦਾਰ ਦਲਜੀਤ ਸਿੰਘ ਸੰਧੂ ਕੈਨੇਡਾ ਦੇ ਪੰਜਾਬੀ ਤੇ ਸਿੱਖ ਭਾਈਚਾਰੇ ਦੀ ਇੱਕ ਬੇਨਿਆਜ਼ ਹਸਤੀ ਸੀ ਔਰ ਉਹਨਾਂ ਨੇ ਲੰਮਾ ਸਮਾਂ ਇੱਥੇ ਸਿੱਖ ਕਾਜ਼ ਦੀ ਅਗਵਾਈ ਕੀਤੀ ਔਰ ਉਹਨਾਂ ਦੀਆਂ ਜਿਹੜੀਆਂ ਪੰਥਕ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਗੁਰੂ ਘਰ ਦੇ ਨਿਸ਼ਕਾਮ ਸੇਵਕ ਸਨ, ਸਿਦਕ ਸਿਰੜ ਦੀ ਮੂਰਤ ਸਨ। ਉਹ ਇੱਕ ਚੰਗੇ ਸੇਵਕ ਸਨ, ਗੁਰੂ ਘਰ ਦੇ ਪ੍ਰੀਤਵਾਨ ਸਨ ਔਰ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਪਿੰਡ ਸ਼ਰੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦੇ ਨਾਲ ਹੈ, ਜਿੱਥੇ ਇਹਨਾਂ ਨੇ 8 ਫਰਵਰੀ 1937 ਨੂੰ ਇਹ ਮਾਤਾ ਗੁਲਵੰਤ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਅਰਜਨ ਸਿੰਘ ਦੇ ਘਰ ਇਹਨਾਂ ਨੇ ਪੈਦਾ ਹੋਏ ਸਨ। 1954 'ਚ ਇਹਨਾਂ ਨੇ ਮੈਟ੍ਰਿਕ ਪਾਸ ਕਰ ਲਈ ਸੀ। ਉਹ 54 'ਚ ਹੀ ਭਾਖੜਾ ਨੰਗਲ ਦੇ ਵਿੱਚ ਇਹਨਾਂ ਨੇ ਟਰੇਸਰ ਦੀ ਇਹਨਾਂ ਨੇ ਟ੍ਰੇਨਿੰਗ ਲਈ ਔਰ 1955 ਦੇ ਵਿੱਚ ਇਹ ਨਹਿਰ ਵਿਭਾਗ ਜਿਹੜਾ ਅੰਬਾਲੇ ਦੇ ਵਿੱਚ ਐਜ਼ ਏ ਟਰੇਸਰ ਲੱਗ ਗਏ ਸਨ ਔਰ 4 ਜੁਲਾਈ 1956 'ਚ ਇਹਨਾਂ ਨੇ ਭਾਰਤੀ ਰੇਲਵੇ ਨਵੀਂ ਦਿੱਲੀ ਦੇ ਵਿੱਚ ਇਹਨਾਂ ਨੇ ਐਜ਼ ਏ ਬੀਇੰਗ ਏ ਟਰੇਸਰ ਇਹਨਾਂ ਨੇ ਉੱਥੇ ਪ੍ਰਵੇਸ਼ ਕੀਤਾ। ਇਵਨਿੰਗ ਕਲਾਸਾਂ ਕੀਤੀਆਂ, ਸਖਤ ਮਿਹਨਤ ਕਰਦੇ ਸਨ। ਇਵਨਿੰਗ ਕਲਾਸਾਂ ਦੇ ਵਿੱਚ ਹੀ ਇਹਨਾਂ ਨੇ ਜਿਹੜੀ ਹੈ ਡਰਾਫਟਸਮੈਨ ਦਾ ਕੋਰਸ ਕੀਤਾ ਔਰ ਡਰਾਫਟਸਮੈਨ ਦਾ ਕੋਰਸ ਕਰਕੇ ਸੰਨ 1957 ਦੇ ਵਿੱਚ ਇਹ ਇੰਡੀਅਨ ਰੇਲਵੇ ਦੇ ਵਿੱਚ ਡਰਾਫਟਸਮੈਨ ਭਰਤੀ ਹੋ ਗਏ ਸਨ ਔਰ ਫਿਰ ਡਰਾਫਟਸਮੈਨ ਤੋਂ ਮਗਰੋਂ 24 ਜੂਨ 1964 ਨੂੰ ਇਹਨਾਂ ਦੀ ਪ੍ਰਮੋਸ਼ਨ ਐਜ਼ ਏ ਸੀਨੀਅਰ ਡਰਾਫਟਸਮੈਨ ਦੇ ਹੋਈ ਸੀ।
ਗੁਰੂ ਘਰ ਦੇ ਨਿਤਨੇਮੀ ਸਨ, ਪ੍ਰੇਮੀ ਸਨ। ਪੰਥਕ ਜਜ਼ਬਾ ਉਹਨਾਂ ਦਾ ਸ਼ੁਰੂ ਤੋਂ ਹੀ ਸੀ। ਜਦੋਂ ਦਿੱਲੀ ਦੇ ਵਿੱਚ 12 ਜੂਨ 1960 ਦੇ ਵਿੱਚ ਸਿੱਖਾਂ 'ਤੇ ਗੋਲੀ ਚੱਲੀ ਸੀ, ਉਹ ਜਿਹੜਾ ਬੜਾ ਵੱਡਾ ਇਕੱਠ ਹੋਇਆ ਸੀ ਪੰਜਾਬੀ ਸੂਬੇ ਦੇ, ਉਹਦੇ ਵਿੱਚ ਇਹ ਸ਼ਾਮਲ ਸਨ। ਔਰ ਇੱਥੇ ਇਹ ਗੱਲ ਨਹੀਂ, ਜਿੱਥੇ ਆਪਣੇ ਕਿੱਤੇ ਦੇ ਨਾਲ ਸਮਰਪਿਤ ਸਨ, ਉੱਥੇ ਇਹਨਾਂ ਨੂੰ ਖੇਡਾਂ ਦਾ ਬੜਾ ਸ਼ੌਕ ਸੀ। ਔਰ ਇਹ 1957 ਤੋਂ ਲੈ ਕੇ 1967 ਤੱਕ ਭਾਰਤੀ ਰੇਲਵੇ ਦੀ ਜਿਹੜੀ ਬੜੀ ਮਸ਼ਹੂਰ ਹਾਕੀ ਦੀ ਟੀਮ ਸੀ, ਉਹਦੇ ਇੱਕ ਖਿਡਾਰੀ ਸਨ। ਔਰ ਇਸੇ ਤਰ੍ਹਾਂ ਹੀ ਕਿਉਂਕਿ ਇਹਨਾਂ ਦੇ ਜਿਹੜੇ ਛੋਟਾ ਭਰਾ ਇੱਥੇ ਪਹਿਲਾਂ ਆ ਚੁੱਕਾ ਸੀ, ਔਰ ਉਹਨਾਂ ਦੀ ਸਪੋਂਸਰਸ਼ਿਪ ਦੇ ਨਾਲ ਇਹਨਾਂ ਨੇ ਪੱਕੇ ਤੌਰ 'ਤੇ 16 ਅਪ੍ਰੈਲ 1974 ਦੇ ਵਿੱਚ ਆਪਣੇ ਪਰਿਵਾਰ ਦੇ ਨਾਲ, ਜਿਹਦੇ ਵਿੱਚ 5 ਧੀਆਂ ਅਤੇ 1 ਪੁੱਤਰ ਦੇ ਨਾਲ ਇਹਨਾਂ ਨੇ ਪੱਕੇ ਤੌਰ 'ਤੇ ਕੈਨੇਡਾ ਦੇ ਵਿੱਚ ਕੀਤਾ। ਇੱਕ ਜਿਹੜਾ ਲੜਕਾ ਜਿਹੜਾ ਸਭ ਤੋਂ ਛੋਟਾ ਹੈ, ਉਹ ਬਾਅਦ ਵਿੱਚ ਇੱਥੇ ਪੈਦਾ ਹੋਇਆ। ਉਹ ਜਦੋਂ ਇਹ ਗੁਰੂ ਘਰ ਦੇ ਵਿੱਚ ਗਏ, ਔਰ ਪਹਿਲੇ ਦਿਨ ਹੀ ਜਦੋਂ ਮੱਥਾ ਟੇਕਣ ਖਾਲਸਾ ਦੀਵਾਨ ਸੁਸਾਇਟੀ, ਕਿਉਂਕਿ ਇਹ ਵੈਨਕੂਵਰ ਰਹਿੰਦੇ ਸਨ, ਇਹਨਾਂ ਦਾ ਮਨ ਨਿਰਾਸ਼ਾ ਨਾਲ ਭਰ ਗਿਆ। ਔਰ ਇਹਨਾਂ ਨੇ ਦੇਖਿਆ ਕਿ ਅੱਧੇ ਤੋਂ ਵੱਧ ਜਿਹੜੀ ਸੰਗਤ ਸੀ ਉਹ ਨੰਗੇ ਸਿਰ ਬੈਠੀ ਹੋਈ ਹੈ, ਔਰ ਸਾਰੇ ਹੀ ਪਤਤ ਨੇ ਔਰ ਇਹਦੇ ਮਨ ਦੇ ਨਾਲ। ਔਰ ਇਹਨਾਂ ਦੇ ਉਸ ਦਿਨ ਤੋਂ ਹੀ ਕਰ ਲਈ ਕਿ ਇੱਥੇ ਕੁਛ ਪਰਿਵਰਤਨ ਦੀ ਲੋੜ ਹੈ, ਲੋਕਾਂ ਨੂੰ ਜਗਾਉਣ ਦੀ ਲੋੜ ਹੈ। ਔਰ ਇਹਨਾਂ ਨੇ ਆਪਣੇ ਗੁਰਸਿੱਖਾਂ ਦੇ ਨਾਲ ਆਪਣੀ ਇਹੋ ਜਿਹੀ ਤਾਣੀ ਬਾਣੀ ਬਣਾਉਣੀ ਸ਼ੁਰੂ ਕੀਤੀ ਤਾਂ ਕਿ ਭਵਿੱਖ ਵਿੱਚ ਅਸੀਂ ਇਹ ਕੀਤਾ ਜਾ ਸਕੇ। ਔਰ ਸ਼ੁਰੂ ਤੋਂ ਹੀ ਬੜੇ ਮਿੱਠ ਬੋਲ ਰਹੇ ਸਨ। ਮਿਲ ਵਰਤਨ ਇਹਨਾਂ ਦਾ ਬੜਾ ਸੀ। ਉਹਨਾਂ ਦੀ ਸ਼ਖਸੀਅਤ ਉਹ ਪਹਿਲੇ ਸਿੱਟੇ ਹੀ ਆਪਣਾ ਲੋਕਾਂ 'ਤੇ ਇੱਕ ਆਪਣਾ ਅਸਰ ਪਾ ਦਿੰਦੇ ਸਨ। ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਸਨ। ਔਰ ਇਹਨਾਂ ਨੇ ਫਿਰ ਆਪਣੀ ਕੰਮਾਂ ਕਾਰਾਂ ਦੇ ਨਾਲ ਹੀ ਆਪਣੇ ਜਿਹੜੀ ਸੇਵਾ ਭਾਵਨਾ ਇਹਦੇ 'ਚ ਬੜੀ ਸੀ। ਸੇਵਾ ਦੇ ਸਿਰ 'ਤੇ ਇਹ ਪਹਿਲੀ ਵਾਰ ਖਾਲਸਾ ਦੀਵਾਨ ਸੁਸਾਇਟੀ ਵਿੱਚ 1982 ਦੇ ਵਿੱਚ ਮੁੱਖ ਸੇਵਾਦਾਰ ਅਤੇ ਪ੍ਰਧਾਨ ਦੇ ਅਹੁਦੇ 'ਤੇ ਹੋਏ। ਉਸ ਤੋਂ ਬਾਅਦ ਵੀ ਦੂਜੀ ਵਾਰ ਵੀ ਪ੍ਰਧਾਨ ਹੋਏ। ਔਰ ਮੈਨੂੰ ਜਿੱਥੋਂ ਤੱਕ ਜਾਣਕਾਰੀ, ਕਿਉਂਕਿ ਇਹਨਾਂ ਤੋਂ ਪ੍ਰਾਪਤ ਹੋਈ ਸੀ ਕਿ ਜਿਹੜੀ ਨਗਰ ਕੀਰਤਨ ਦੀ ਜਿਹੜੀ ਇੱਥੇ ਸ਼ੁਰੂਆਤ ਸੀ, ਇਹਨਾਂ ਦੇ ਪੀਰੀਅਡ 'ਚ ਸ਼ੁਰੂ ਹੋਈ ਸੀ। ਹੋਰ ਵੀ ਜਿਹੜੇ ਖੇਡਾਂ ਇੱਥੇ ਟੂਰਨਾਮੈਂਟਸ ਬੱਬਰਾਂ ਦੀ ਯਾਦ ਵਿੱਚ ਹੁੰਦੇ ਸਨ, ਉਹ ਵੀ ਇਹਨਾਂ ਦੇ ਵਕਤ ਹੋਏ। ਇਹਨਾਂ ਨੇ ਇਹਦੇ ਨਾਲ ਹੀ ਜਿਹੜੇ ਇੱਕ ਰਿਚਮੰਡ ਦੇ ਵਿੱਚ ਇੱਕ ਜਿਹੜੀ ਸਟਰੀਟ ਹੈ, ਉਹਦੇ ਵਿੱਚ 30 ਏਕੜ ਦੀ ਜਿਹੜੀ ਜ਼ਮੀਨ ਖਰੀਦੀ ਸੀ ਗੁਰਦੁਆਰੇ ਵੱਲੋਂ, ਉਹਦੇ ਵਿੱਚ ਵੀ ਜਿਹੜੀ ਹੈ ਉਹ ਜ਼ਮੀਨ ਨੂੰ ਲੈਣ ਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਹੱਥ ਸੀ। ਔਰ ਕਿਉਂਕਿ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਇਹਨਾਂ ਨੇ ਬਹੁਤ ਹੀ ਬਿਹਤਰੀਨ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ, ਉਹਦੇ ਨਾਲ ਇਹਨਾਂ ਨੇ ਇੱਕ ਸਿੱਖ ਸੇਵਕ ਸੁਸਾਇਟੀ ਦਾ ਜਿਹੜੀ ਸਥਾਪਨਾ ਹੋਈ ਸੀ, ਉਹਦੇ ਮੋਢੀਆਂ ਦੇ ਵਿੱਚੋਂ ਵੀ ਇਹ ਸਨ। ਜਿਹੜਾ ਮੈਂ ਤੁਹਾਨੂੰ ਰਿਚਮੰਡ ਦੀ ਗੱਲ ਦੱਸ ਰਿਹਾ, ਉਹ ਕੈਂਬਰੀ ਸਟਰੀਟ 'ਤੇ ਇਹਨਾਂ ਵੱਲੋਂ ਥਾਂ ਲਈ ਗਈ ਸੀ। ਇਹ ਸ਼ੁਰੂ ਤੋਂ ਇਸੇ ਤਰ੍ਹਾਂ ਪੰਜਾਬੀ ਟ੍ਰਿਬਿਊਨ ਜਿਹੜਾ ਇੱਥੇ ਇੱਕ ਪਰਚਾ ਜਿਹੜੀ ਸਿੱਖ ਸੋਚ ਨੂੰ ਸਮਰਪਿਤ ਸੀ, ਉਹਦੇ ਵਿੱਚ ਵੀ ਇਹਨਾਂ ਨੇ ਉਹ ਪਰਚੇ ਦੀ ਅਗਵਾਈ ਕੀਤੀ ਔਰ ਉਹਦੇ ਮੈਨੇਜਮੈਂਟ ਦੇ ਵਿੱਚ ਸੀ। ਇੱਥੇ ਹੀ ਬਸ ਨਹੀਂ, ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਵੀ ਪਿੱਠ ਭੂਮੀ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਸੀ। ਔਰ ਉਸ ਤੋਂ ਇਲਾਵਾ ਜਿਹੜਾ ਸਰੀ ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਥਾਪਿਤ ਹੋਇਆ ਸੀ, ਉਹਦੇ ਪਿੱਛੇ ਵੀ ਜਿਹੜਾ ਵਿਜ਼ਨ ਤੇ ਵਿਜ਼ਡਮ ਇਹਨਾਂ ਦਾ ਸੀ। ਔਰ ਬਹੁਤ ਅੱਛੇ ਇੱਕ ਰੀਡਰ ਸਨ। ਇਹਨਾਂ ਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ, ਲਿਖਣ ਦਾ ਸ਼ੌਂਕ ਸੀ। ਇਹਨਾਂ ਦੀ ਇੱਕ ਜਿਹੜਾ ਆਰਟੀਕਲ ਹੈ ਗਦਰ ਲਹਿਰ ਦੀ ਕਹਾਣੀ, ਜਿਹੜੀ ਮੈਂ ਸੰਪਾਦਨਾ ਕੀਤੀ ਸੀ, ਉਹਦੇ ਵਿੱਚ ਇੱਕ ਆਰਟੀਕਲ ਇੱਥੋਂ ਦੇ ਕੈਨੇਡਾ ਦੇ ਜਿਹੜੀ ਹੈ ਪ੍ਰਵਾਸੀ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਨਾਲ ਰਿਲੇਟਡ ਉਹਦੇ 'ਚ ਇੱਥੋਂ ਤੱਕ ਇੱਕ ਜਿਹੜੀ ਮਿਨਟ ਬੁੱਕ ਪਬਲਿਸ਼ ਹੋਈ ਸੀ ਇੱਥੇ ਕੈਨੇਡਾ ਦੇ ਵਿੱਚ, ਉਹਦੇ ਪ੍ਰਕਾਸ਼ਨ ਦੇ ਸੰਪਾਦਨਾ ਦੇ ਵਿੱਚ ਵੀ ਇਹਨਾਂ ਦਾ ਕੰਮ ਕੀਤਾ ਗਿਆ ਸੀ। ਅੱਜ ਕਿਉਂਕਿ ਉਹ ਕਹਿ ਤੇ ਅਸੈ ਉਹ 84 ਸਾਲ ਦੀ ਇਸ ਆਯੂ ਦੇ ਵਿੱਚ ਬੀਤੇ ਮੰਗਲਵਾਰ ਸ਼ਾਮੀ 7:30 ਵਜੇ ਇਹ ਵਿਛੋੜਾ ਦੇ ਗਏ ਨੇ। ਕੁਝ ਸਮੇਂ ਤੋਂ ਇਹ ਢਿੱਲੇ ਰਹੇ ਸਨ ਔਰ ਇਹਨਾਂ ਦਾ ਹਸਪਤਾਲ ਦੇ ਵਿੱਚ ਕਾਫੀ ਦੇਰ ਤੋਂ ਇਲਾਜ ਚੱਲ ਰਿਹਾ ਸੀ। ਔਰ ਸਾਨੂੰ ਉਮੀਦ ਨਹੀਂ ਸੀ ਕਿ ਬਾਈ, ਕਿਉਂਕਿ ਮੈਂ ਉਹਨਾਂ ਨੂੰ ਇੱਕ ਪਿਆਰ ਦੇ ਵਿੱਚ ਸਤਿਕਾਰ ਦੇ ਵਿੱਚ ਬਾਈ ਕਹਿੰਦਾ ਸਾਂ, ਔਰ ਉਹ ਇੰਨੀ ਜਲਦੀ ਚਲੇ ਜਾਣਗੇ।
ਮੇਰੀ 2 ਦਿਨ ਪਹਿਲਾਂ ਹੀ ਉਹਨਾਂ ਨਾਲ ਐਤਵਾਰ ਨੂੰ ਗੱਲ ਹੋਈ ਸੀ ਅਖੀਰਲੀ, ਐਤਵਾਰ ਤੋਂ ਪਹਿਲਾਂ ਸ਼ਨੀਵਾਰ ਨੂੰ ਗੱਲ ਹੋਈ ਸੀ। ਐਤਵਾਰ ਦੀ ਜਿਹੜੀ ਅੰਤਿਮ ਗੱਲ ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਜਿਹੜਾ ਮੇਰੇ ਨਾਲ ਮੇਰੀ ਜਿਹੜੀ ਰੀਸੈਂਟਲੀ ਕਿਤਾਬ ਛਪੀ ਹੈ ਰਾਮਗੜੀਆ ਵਿਰਾਸਤ, ਉਹਦੇ ਬਾਰੇ ਹੀ ਗੱਲ ਕੀਤੀ ਕਿ ਉਹਦੀ ਕਿੰਨੇ ਕੁ ਪੇਜ ਨੇ, ਇਹਦੀ ਕਿੰਨੀ ਕੀਮਤ ਨੇ, ਕਿੰਨੀਆਂ ਫੋਟੋਆਂ ਲਾਈਆਂ ਨੇ, ਕਿੰਨਾ ਟਾਈਮ ਹੈ, ਕਿਉਂਕਿ ਇਹਨਾਂ ਦੀ ਹਰ ਇੱਕ ਨਵੀਂ ਕਿਰਤ ਦੇ ਬਾਰੇ ਧਿਆਨ ਸੀ। ਔਰ ਸਭ ਤੋਂ ਵੱਡੇ ਇਹ ਦਾਨ ਦੇਣਾ, ਪਿੱਠ ਭੂਮੀ ਦੇ ਵਿੱਚ ਹਰ ਇੱਕ ਥਾਂ 'ਤੇ ਖੜ੍ਹਨਾ, ਇੱਥੇ ਜਿਹੜੇ ਵੀ ਸਿੱਖ ਮਸਲੇ ਹੁੰਦੇ ਸਨ ਉਹਦੀ ਅਗਵਾਈ ਕਰਦੇ ਸਨ। ਜਿੰਨੇ ਵੀ ਹਿੰਦੁਸਤਾਨ ਦੇ 'ਚ ਵੱਡੇ ਵੱਡੇ ਨੇਤਾ, ਭਾਵੇਂ ਜੋ ਗੁਰਚਰਨ ਸਿੰਘ ਟੋੜਾ ਹੋਵੇ, ਹਰਚੰਦ ਸਿੰਘ ਲੌਂਗੋਵਾਲ ਹੋਣ, ਮਨਜੀਤ ਸਿੰਘ ਕਲਕੱਤਾ ਹੋਵੇ, ਸਿੰਘ ਸਾਹਿਬ ਹੋਣ, ਉਹ ਬਹੁਤੇ ਜਿਹੜੇ ਸਨ ਉਹਨਾਂ ਦਾ ਨਿਵਾਸ ਇਹਨਾਂ ਦੇ ਘਰ ਦੇ ਵਿੱਚ ਹੁੰਦੀ ਸੀ। ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਸੀ। ਕੋਈ ਵੀ ਆਏ ਉਹਨੂੰ ਖਾਲੀ ਹੱਥ ਨਹੀਂ ਤੋਰਦੇ ਸਨ, ਸਾਰਿਆਂ ਨੂੰ ਪਿਆਰ ਮੁਹੱਬਤ ਦਿੰਦੇ ਸਨ। ਅੱਜ ਉਹ ਸਾਡੇ ਇਸ ਦੁਨੀਆ ਤੋਂ ਚਲੇ ਗਏ ਨੇ, ਸਾਨੂੰ ਬੜਾ ਦੁੱਖ ਹੈ। ਮੈਂ ਅੱਜ ਆਪਣੇ ਵੱਲੋਂ ਸਾਡੀ ਸੰਸਥਾ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਵੱਲੋਂ ਉਹਨਾਂ ਦੇ ਸਪੁੱਤਰ ਮਿਹਰਬਾਨ ਸਿੰਘ ਸੰਧੂ, ਜਿਹੜਾ ਉਹਨਾਂ ਦਾ ਵੱਡਾ ਸਪੁੱਤਰ ਹੈ, ਛੋਟਾ ਜਿਹੜਾ ਅਮਨਦੀਪ ਸਿੰਘ ਸੰਧੂ ਜਿਹੜੇ ਵਕੀਲ ਨੇ, ਉਹਨਾਂ ਦਾ ਛੋਟਾ ਭਰਾ ਅਵਤਾਰ, ਅਤੇ ਦੂਜੇ ਜਿਹੜੇ ਬ੍ਰਦਰ, ਔਰ ਉਹਨਾਂ ਦੀਆਂ ਭੈਣਾਂ, ਉਹਨਾਂ ਦੀਆਂ ਇੱਥੇ ਧੀਆਂ, ਮੈਂ ਸਾਰੇ ਪਰਿਵਾਰ ਨੂੰ ਆਪਣੀ ਸੰਸਥਾ ਵੱਲੋਂ, ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਨਾਲ ਦੁੱਖ ਸਾਂਝਾ ਕਰਦਾ। ਔਰ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਘਰ, ਆਪਣੇ ਸ਼ਾਂਤੀ ਸਵਾਸ ਜਿਹੜੇ ਨੇ ਉਹ ਸ਼ਾਂਤੀ ਪ੍ਰਦਾਨ ਕਰਨ, ਔਰ ਤਾਂ ਕਿ ਅਸੀਂ ਉਹਨਾਂ ਦੇ ਕੱਲ੍ਹ ਨੂੰ ਉਹਨਾਂ ਦੇ ਮਾਰਗ 'ਤੇ ਚੱਲੀਏ, ਔਰ ਉਹਨਾਂ ਨੂੰ ਹਮੇਸ਼ਾ ਉਹਨਾਂ ਦਾ ਨਾਂ ਜਿਹੜਾ ਹੈ ਉਹ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ। ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁਲਾ ਨਹੀਂ ਸਕਾਂਗੇ। ਮੈਂ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਥੋਂ ਰੁਖਸਤ ਲਵਾਂਗਾ। ਮੈਂ ਹੁਣ ਬੇਨਤੀ ਕਰਾਂਗਾ ਕਿ ਸਾਡੇ ਰਾਮਗੜੀਆ ਗੁਰਦੁਆਰਾ ਬਰੁੱਕ ਸਾਈਡ ਦੇ ਪ੍ਰਧਾਨ ਅਤੇ ਕੈਨੇਡੀਅਨ ਰਾਮਗੜੀਆ ਸੁਸਾਇਟੀ ਦੇ ਰੂਹੇ ਰੂਹਾਂ ਭਾਈ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ ਜੱਬਲ, ਉਹ ਪਲੀਜ਼ ਆਉਣ ਅਤੇ ਉਹ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਖੇਚਲ ਕਰਨ। ਅੱਜ ਆਪਾਂ ਕੁਝ ਗੁਰਮੁਖ ਪਿਆਰੇ ਭਾਈ ਸਾਹਿਬ ਸਰਦਾਰ ਦਲਜੀਤ ਸਿੰਘ ਸੰਧੂ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਹਾਂ, ਜਿਨ੍ਹਾਂ ਵਿੱਚ ਭਾਈ ਸਾਹਿਬ ਜੈਤੇਜ ਸਿੰਘ ਨੇ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਹੈ। ਮੈਂ ਵੀ ਆਪਣੇ ਵੱਲੋਂ ਕੁਝ ਅੱਖਰ, ਕੁਝ ਸ਼ਬਦ ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੀ ਰਿਸਪੈਕਟ ਦੇ ਵਿੱਚ ਕਹਿਣੇ ਚਾਹੁੰਦਾ ਹਾਂ ਅਤੇ ਉਹਦੀ ਆਗਿਆ ਮੰਗਦਾ ਹਾਂ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਅੱਜ ਸਰਦਾਰ ਦਲਜੀਤ ਸਿੰਘ ਸੰਧੂ ਪਰਮਾਤਮਾ ਵੱਲੋਂ ਬਖਸ਼ੀ ਹੋਈ 84 ਸਾਲਾਂ ਦੀ ਉਮਰ ਭੋਗ ਕੇ 18 ਮਈ ਨੂੰ ਅਕਾਲ ਚਲਾਣਾ ਕਰ ਗਏ ਹਨ, ਪਰ ਆਪਣੇ ਪਿੱਛੇ ਕੁਝ ਐਸੀਆਂ ਪੈੜਾਂ ਛੱਡ ਗਏ ਹਨ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਕੌਮ ਸੇਵਾ ਅਤੇ ਸਿੱਖੀ ਵਿੱਚ ਰੰਗੇ ਹੋਏ ਸਰਦਾਰ ਦਲਜੀਤ ਸਿੰਘ ਸੰਧੂ 1974 ਵਿੱਚ ਕੈਨੇਡਾ ਆਏ। ਪਹਿਲਾਂ ਉੱਥੇ ਆਪ ਅਕਾਊਂਟਸ ਆਫ ਰੇਲਵੇ ਦੇ ਅਕਾਊਂਟਸ ਆਫਿਸ ਵਿੱਚ ਕੰਮ ਕਰਦੇ ਸੀ। ਉੱਥੋਂ ਜਦੋਂ 74 ਵਿੱਚ ਇੱਥੇ ਪਹੁੰਚੇ ਅਤੇ ਉਦੋਂ ਤੋਂ ਹੀ ਕਮਿਊਨਿਟੀ ਦੀ ਸੇਵਾ ਵਿੱਚ ਜੁਟ ਗਏ। ਉਸ ਵੇਲੇ ਦੇ ਹਾਲਾਤ ਇਹ ਸੀ ਕਿ ਉਸ ਸਮੇਂ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਚਲਾਏ ਰਾਜੇ 8000 ਰੌਸ ਸਟਰੀਟ ਵਿੱਚ ਸਥਿਤ ਜਿਹੜਾ ਗੁਰਦੁਆਰਾ ਸਾਹਿਬ ਸੀ, ਉਹਦੇ ਵਿੱਚ ਸਿੱਖ ਰਹਿਤ ਮਰਿਆਦਾ ਬਹਾਲ ਕਰਨ ਲਈ ਸੰਘਰਸ਼ ਚੱਲ ਰਿਹਾ ਸੀ। ਸਰਦਾਰ ਦਲਜੀਤ ਸਿੰਘ ਉਦੋਂ ਤੋਂ ਹੀ ਸਹਿਯੋਗੀਆਂ ਨਾਲ ਰਲ ਕੇ ਖਾਲਸਾ ਦੀਵਾਨ ਸੁਸਾਇਟੀ ਦੇ ਸੁਧਾਰ ਅਤੇ ਮਰਿਆਦਾ ਬਹਾਲ ਕਰਨ ਲਈ ਯਤਨਸ਼ੀਲ ਹੋ ਗਏ। ਇਹ ਉਹਨਾਂ ਦੀ ਸ਼ੁਰੂਆਤ ਸੀ। ਸਿੱਖ ਸੇਵਕ ਸੁਸਾਇਟੀ ਕੈਨੇਡਾ ਦਾ ਨਿਰਮਾਣ ਕਰਨ ਵਿੱਚ ਵੀ ਭਾਈ ਸਾਹਿਬ ਹੋਣਾ ਦਾ, ਸੰਧੂ ਸਾਹਿਬ ਹੋਣਾ ਦਾ ਅਹਿਮ ਰੋਲ ਸੀ। ਸਾਰੇ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਸਿੱਖ ਸੇਵਕ ਸੁਸਾਇਟੀ ਬਣਾਈ ਗਈ, ਜਿਹਦਾ ਪੂਰਾ ਨਾਮ ਸਿੱਖ ਸੇਵਕ ਸੁਸਾਇਟੀ ਆਫ ਕੈਨੇਡਾ ਸੀ। ਅਤੇ ਇਸ ਮੰਤਵ ਲਈ ਬਣਾਈ ਗਈ ਕਿ ਨਿਸ਼ਕਾਮ ਸੇਵਕ, ਸੇਵਾ ਵਾਲੇ ਪ੍ਰਬੰਧਕ ਅਤੇ ਉਮੀਦਵਾਰ ਲੱਭੇ ਜਾਣ, ਅਤੇ ਉਹਨਾਂ ਜਿਹੜੇ ਚੁਣੇ ਗਏ ਪ੍ਰਬੰਧ ਦੇ ਵਿੱਚ ਉਮੀਦਵਾਰ ਚੁਣੇ ਗਏ, ਉਹਨਾਂ ਦੀ ਹਰ ਪੱਖੋਂ ਸੇਵਾ ਕੀਤੀ ਜਾਵੇ, ਮਦਦ ਕੀਤੀ ਜਾਵੇ। ਸੰਨ 1979 ਵਿੱਚ ਭਾਈ ਸਾਹਿਬ ਨੇ ਖਾਲਸਾ ਦੀਵਾਨ ਸੁਸਾਇਟੀ ਵਿੱਚ ਜਨਰਲ ਸੈਕਟਰੀ ਦੀ ਸੇਵਾ ਨਿਭਾਈ, ਤਾਂ ਇਹ ਸਾਲ ਮਰਿਆਦਾ ਬਹਾਲੀ ਦੇ ਯਤਨਾਂ ਵੱਲ ਪਹਿਲਾ ਕਦਮ ਸੀ।
ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ 'ਤੇ ਪਹਿਲੀ ਵਾਰ ਵੈਨਕੂਵਰ ਦੀ ਧਰਤੀ 'ਤੇ ਅਕਾਲੀ ਸਿੰਘ ਸੁਸਾਇਟੀ ਤੋਂ ਲੈ ਕੇ ਤੇ ਖਾਲਸਾ ਦੀਵਾਨ ਸੁਸਾਇਟੀ ਨੇ ਸਾਂਝੇ ਤੌਰ 'ਤੇ ਵੈਨਕੂਵਰ ਦੀ ਧਰਤੀ 'ਤੇ ਪਹਿਲੀ ਵਾਰ ਨਗਰ ਕੀਰਤਨ ਦਾ ਆਨੰਦ ਮਾਣਿਆ। ਇਸੇ ਤਰ੍ਹਾਂ 1981 ਵਿੱਚ ਪਹਿਲੀ ਵਾਰ ਖਾਲਸਾ ਦੀਵਾਨ ਸੁਸਾਇਟੀ ਦੇ ਭਾਈ ਸਾਹਿਬ ਪ੍ਰਧਾਨ ਚੁਣੇ ਗਏ ਤੇ ਇਸ ਸਮੇਂ ਅੰਮ੍ਰਿਤਸਰ ਵਿੱਚ ਸਿੱਖ ਲੀਡਰਸ਼ਿਪ ਅਤੇ BC ਦੀਆਂ ਸਿੱਖ ਸੰਸਥਾਵਾਂ ਨਾਲ ਚੰਗੇ ਸੰਬੰਧ ਬਣੇ। ਖਾਲਸਾ ਦੀਵਾਨ ਸੁਸਾਇਟੀ ਦੇ ਚੰਗੇ ਸੰਬੰਧ ਬਣੇ। ਸੰਨ 1982 ਵਿੱਚ ਧਰਮ ਯੁੱਧ ਮੋਰਚੇ ਦੀ ਹਵਾਇਤ ਵਿੱਚ ਵੀ ਸਰਦਾਰ ਦਲਜੀਤ ਸਿੰਘ ਸੰਧੂ ਨੇ ਬੜਾ ਯੋਗਦਾਨ ਪਾਇਆ। BC ਦੀਆਂ ਗੁਰਦੁਆਰਾ ਸੁਸਾਇਟੀਆਂ ਨੂੰ ਇਕੱਠਿਆ ਕਰਨ ਦਾ ਉਪਰਾਲਾ ਕੀਤਾ। ਇਸ ਕੰਮ ਵਿੱਚ 5 ਮੈਂਬਰੀ ਮੀਡੀਆ ਕਮੇਟੀ ਵੀ ਬਣਾਈ ਤੇ ਉਹਦੇ ਵਿੱਚ ਵੀ ਸਰਦਾਰ ਦਲਜੀਤ ਸਿੰਘ ਜੀ ਦਾ ਅਹਿਮ ਰੋਲ ਸੀ ਤੇ ਇੱਕ ਜੱਥਾ ਵੀ ਇੱਥੋਂ ਵੈਨਕੂਵਰ ਦੀ ਧਰਤੀ ਤੋਂ ਇੰਡੀਆ ਨੂੰ ਭੇਜਿਆ ਗਿਆ ਉਸ ਧਰਮ ਯੁੱਧ ਮੋਰਚੇ ਵਿੱਚ ਆਪਣਾ ਯੋਗਦਾਨ ਪਾਉਣ ਲਈ। ਸੰਨ 1985 ਵਿੱਚ WSO ਦੀ ਸਥਾਪਨਾ ਤੇ ਸੰਚਾਲਨ ਵਿੱਚ ਵੀ ਭਾਈ ਸਾਹਿਬ ਨੇ ਅਹਿਮ ਰੋਲ ਅਦਾ ਕੀਤਾ। ਸੰਨ 1987 ਵਿੱਚ ਸਰਦਾਰ ਦਲਜੀਤ ਸਿੰਘ ਸੰਧੂ ਦੂਜੀ ਵਾਰ ਫਿਰ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ। WSO ਜਿਹੜੀ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਸਿੱਖਾਂ ਦੀ ਸੰਸਥਾ ਸੀ, ਨੈਸ਼ਨਲ ਸੰਸਥਾ ਸੀ, ਦੀਆਂ 1985 ਤੇ 1987 ਦੀਆਂ ਮੁੱਢਲੀਆਂ ਨੈਸ਼ਨਲ ਕਾਨਫਰੰਸਾਂ ਵੈਨਕੂਵਰ ਵਿੱਚ ਹੋਈਆਂ ਤਾਂ ਇਹਨਾਂ ਵਿੱਚ ਵੀ ਅਹਿਮ ਰੋਲ ਨਿਭਾਇਆ। ਬਰੋਸ਼ਰ ਬਣਾਉਣ ਤੋਂ ਲੈ ਕੇ ਡੈਲੀਗੇਟਾਂ ਦੀ ਆਓ ਭਗਤ ਤੇ ਕਾਨਫਰੰਸਾਂ ਦੇ ਹਾਲਾਂ ਦੇ ਪ੍ਰਬੰਧ ਕਰਨ ਵਿੱਚ ਵੀ ਉੱਘਾ ਰੋਲ ਅਦਾ ਕੀਤਾ। 1987 ਵਿੱਚ ਰਿਫਿਊਜੀਆਂ ਦਾ ਸੰਭਾਲ ਦਾ ਮਸਲਾ ਸਾਹਮਣੇ ਆਇਆ। ਨੋਵਾ ਸਕੋਸ਼ੀਆ ਵਿੱਚ ਉਤਰੇ ਰਿਫਿਊਜੀਆਂ ਵਿੱਚੋਂ 81 ਦੇ ਕਰੀਬ ਸ਼ਰਨਾਰਥੀ ਵੈਨਕੂਵਰ ਪਹੁੰਚੇ। ਉਹਨਾਂ ਲਈ ਬੌਂਡ ਵਗੈਰਾ ਭਰਨ ਲਈ ਵੈਨਕੂਵਰ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਲੈਣ ਲਈ ਬੜੀ ਹੀ ਸ਼ਿੱਦਤ ਨਾਲ ਕੰਮ ਕੀਤਾ ਅਤੇ WSO ਵੱਲੋਂ ਇਹ ਕੰਮ ਨਿਪੜੇ ਚਾਹਣ ਵਿੱਚ ਸੰਸਥਾ ਤੇ ਲੋੜਵੰਦਾਂ ਦੀ ਮਦਦ ਕੀਤੀ। ਇਸੇ ਤਰ੍ਹਾਂ 1997 ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਆਮਦ ਦਾ 100 ਸਾਲਾ ਮਨਾਇਆ ਗਿਆ। ਉਸ ਦੀ ਸਟੀਅਰਿੰਗ ਕਮੇਟੀ ਵਿੱਚ ਵੀ ਆਪਨੇ ਸੇਵਾ ਨਿਭਾਈ। ਬੜੀ ਮਿਹਨਤ ਨਾਲ ਫੋਟੋਆਂ ਲੱਭੀਆਂ ਗਈਆਂ ਤੇ ਕੈਪਸ਼ਨਾਂ ਸਮੇਤ ਡੇਵਿਡ ਥਾਮਸਨ ਸਕੂਲ ਵਿੱਚ ਪ੍ਰੋਗਰਾਮ ਕਰਕੇ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ। ਵੈਨਕੂਵਰ ਵਿੱਚ ਪੁਰਾਤਨ ਵਿਰਸੇ ਨੂੰ ਇਕੱਠਾ ਕਰਨ ਦਾ ਇਸ ਕਮੇਟੀ ਨੇ ਅਹਿਮ ਉਪਰਾਲਾ ਕੀਤਾ। ਦਿਨ ਰਾਤ ਦੀ ਮਿਹਨਤ ਕਰਕੇ ਦਲਜੀਤ ਸਿੰਘ ਸੰਧੂ ਤੇ ਉਹਨਾਂ ਦੇ ਸਾਥੀਆਂ ਨੇ ਫੋਟੋਆਂ ਦੇ ਵੱਡੇ ਪੋਰਟਰੇਟ ਵੀ ਬਣਵਾਏ। ਖਾਲਸਾ ਦੀਵਾਨ ਸੁਸਾਇਟੀ ਦੇ ਹੋਰ ਕੰਮਾਂ ਕਾਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ, ਜਿਵੇਂ ਕਿ ਰਿਚਮੰਡ ਵਿੱਚ ਪ੍ਰਾਪਰਟੀ ਖਰੀਦਣੀ ਤੇ ਗੁਰਦੁਆਰਾ ਸਾਹਿਬ ਨਾਲ ਲੱਗਦੀ ਹੋਈ ਜਗ੍ਹਾ ਖਰੀਦਣੀ। ਇਸੇ ਤਰ੍ਹਾਂ ਅਕਾਲੀ ਦਲ ਆਫ ਕੈਨੇਡਾ ਦਾ ਨਿਰਮਾਣ ਤੇ 1995 ਵਿੱਚ ਕਮਿਊਨਿਟੀ ਵੱਲੋਂ ਪੰਜਾਬੀ ਟ੍ਰਿਬਿਊਨ ਨਿਊਜ਼ਪੇਪਰ ਚਲਾਉਣ ਦਾ ਵੀ ਯੋਗਦਾਨ ਪਾਇਆ। ਕੈਨੇਡਾ ਵਿੱਚ ਵਸਦੇ ਭਾਈਚਾਰੇ ਦੀਆਂ ਨੈਸ਼ਨਲ ਲੈਵਲ ਤੇ ਜੋ 2 ਜਥੇਬੰਦੀਆਂ ਵੀ ਹੋਂਦ ਵਿੱਚ ਆਈਆਂ, ਜਿਨ੍ਹਾਂ ਨੂੰ ਨਕੋਈ ਤੇ ਫੈਡਰੇਸ਼ਨ ਆਫ ਸਿੱਖ ਸੁਸਾਇਟੀ ਆਖਿਆ ਜਾਂਦਾ ਸੀ। ਵੈਨਕੂਵਰ ਦੀਆਂ ਸਿੱਖ ਕਮਿਊਨਿਟੀ ਦੀਆਂ ਇਹ ਕੁਝ ਕੁ ਪ੍ਰਾਪਤੀਆਂ ਸਨ, ਜਿਨ੍ਹਾਂ ਵਿੱਚ ਭਾਈ ਸਾਹਿਬ ਦਲਜੀਤ ਸਿੰਘ ਸੰਧੂ ਨੇ ਇੱਕ ਅਹਿਮ ਰੋਲ ਨਿਭਾਇਆ। ਮੈਨੂੰ ਬੜਾ ਲੰਮਾ ਸਮਾਂ ਭਾਈ ਸਾਹਿਬ ਦਲਜੀਤ ਸਿੰਘ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਬਿਨਾਂ ਝਿਜਕ ਆਖ ਸਕਦਾ ਹਾਂ ਕਿ ਸਰਦਾਰ ਦਲਜੀਤ ਸਿੰਘ ਸੰਧੂ ਦੀ ਸੇਵਾ ਲਈ ਹਰ ਵੇਲੇ ਵਚਨਬੱਧ ਸਨ ਤੇ ਬੜੇ ਉਤਸ਼ਾਹ ਨਾਲ ਕੰਮਾਂ ਕਾਰਜਾਂ ਦੀ ਪ੍ਰਾਪਤੀ ਲਈ ਹਰ ਸਮੇਂ ਤਤਪਰ ਰਹਿੰਦੇ ਸਨ। ਉਹਨਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਕਮਿਊਨਿਟੀ ਤੇ ਪਰਿਵਾਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਹਨਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਵਿਛੜੀ ਹੋਈ ਆਤਮਾ ਨੂੰ ਆਵਾਗਮਨ ਦੇ ਚੱਕਰ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਤੇ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ਣ। ਮੇਰੀ ਇਹੋ ਹੀ ਅਰਦਾਸ ਬੇਨਤੀ ਹੈ, ਇਹੋ ਹੀ ਭਾਈ ਸਾਹਿਬ ਨੂੰ ਸ਼ਰਧਾਂਜਲੀ ਹੈ। ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਬਹੁਤ ਅਫਸੋਸ ਦਾ ਟਾਈਮ ਆ ਕਿ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਦਲਜੀਤ ਸਿੰਘ ਸੰਧੂ, ਜਿਹੜੇ ਇੱਕ ਵਿਅਕਤੀ ਨਹੀਂ ਇੱਕ ਸੰਸਥਾ ਸੀ, ਲਗਭਗ ਮੈਨੂੰ ਵੀ 40 ਸਾਲ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਬਹੁਤ ਯੰਗ ਏਜ ਦੇ ਵਿੱਚ ਇੱਥੇ ਆਇਆ ਸੀ। ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ 1980 ਦੇ ਵਿੱਚ, ਤਾਂ ਉਦੋਂ ਖਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਸੀ।
ਉਨੀ ਦਿਨੀ ਬੜਾ ਜਿਹੜਾ ਮਾਹੌਲ ਆ ਖਰਾਬ ਸੀਗਾ। ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਰਹਿਤ ਮਰਜ਼ਾਦਾ ਨੂੰ ਨਹੀਂ ਸੀਗੇ ਮੰਨਦੇ, ਨੰਗੇ ਸਿਰ ਗੁਰੂ ਘਰ ਆਉਂਦੇ ਸੀ। ਸੈਚਰਡੇ ਸੰਡੇ ਨੂੰ ਜਦੋਂ ਵੀ ਕਿਤੇ ਮੈਰਿਜ ਹੋਣੀ ਤਾਂ ਉਹਨਾਂ ਨੇ ਨੰਗੇ ਸਿਰ ਆ ਕੇ ਜਿੱਦ ਕਰਨੀ। ਉਹਦੇ ਮੁਤਾਬਕ ਦਲਜੀਤ ਸਿੰਘ ਇੱਕ ਜੁਝਾਰੂ ਲੀਡਰ ਵੀ ਸੀ, ਜਿੱਥੇ ਉਹ ਸੂਝਵਾਨ ਸੀਗੇ। ਉਹਨਾਂ 'ਤੇ ਕਈ ਵਾਰੀ ਕੁਛ ਕੇਸ ਵੀ ਬਣੇ, ਪਰ ਉਹਨਾਂ ਦੀ ਜਿਹੜੀ ਸੇਵਾ ਸੀਗੀ ਉਹ ਖਾਲਸਾ ਦੀਵਾਨ ਸੁਸਾਇਟੀ ਦੇ ਜਿਹੜੇ ਸੁਨਹਿਰੀ ਪੰਨੇ ਉਹਨਾਂ ਦੇ ਉੱਤੇ ਲਿਖੀ ਜਾਊਗੀ। ਦਲਜੀਤ ਸਿੰਘ ਸੰਧੂ ਦੇ ਨਾਲ ਉਸ ਵੇਲੇ ਜਿਹੜਾ ਸਾਰਾ ਗਰੁੱਪ ਸੀਗਾ ਸਾਡਾ, ਆਲਮੋਸਟ 150 ਤੋਂ ਲੈ ਕੇ 200 ਡੈਡੀਕੇਟਡ ਵਰਕਰ ਸੀਗੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਸਰਦਾਰ ਗੁਰਦਿਆਲ ਸਿੰਘ ਨੀਲ, ਬਿਕਰ ਸਿੰਘ ਢਿੱਲੋਂ, ਸਰਦਾਰ ਮੋਤਾ ਸਿੰਘ ਚੀਤਾ, ਸਰਦਾਰ ਸੁਰਿੰਦਰ ਸਿੰਘ ਜੱਬਲ, ਨਿਰਮਲ ਸਿੰਘ ਕਲਸੀ, ਬੰਤਾ ਸਿੰਘ ਸੱਭਰਵਾਲ, ਚਰਨਜੀਤ ਸਿੰਘ ਰੰਧਾਵਾ, ਗੁਰਦੇਵ ਸਿੰਘ ਜੌਲ, ਅਜੀਤ ਸਿੰਘ ਨੰਨਰ, ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਵਿਅਕਤੀ ਸੀ ਉਹ ਸੇਵਾ ਕਰਦੇ ਸੀ। ਪਹਿਲੀ ਵਾਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਰਦਾਰ ਸੁਰਿੰਦਰ ਸਿੰਘ ਜੱਬਲ ਹੋਣਾ ਨੇ ਦੱਸਿਆ, ਇਹ ਬਹੁਤ ਚਿਰ ਪਹਿਲਾਂ ਉਹਨਾਂ ਦੇ ਨਾਲ ਕੰਮ ਕਰਦੇ ਸੀ। ਇਹ ਲੀਗਲ ਟੀਮ ਦੇ ਨਾਲ ਸਰਦਾਰ ਮੋਤਾ ਸਿੰਘ ਚੀਤਾ, ਨਿਰਮਲ ਸਿੰਘ ਕਲਸੀ ਅਤੇ ਸੁਰਿੰਦਰ ਸਿੰਘ, ਕਿਉਂਕਿ ਇਹਨਾਂ ਨੂੰ ਕਾਨੂੰਨ ਬਾਰੇ ਥੋੜ੍ਹੀ ਜ਼ਿਆਦਾ ਜਾਣਕਾਰੀ ਸੀਗੀ, ਤਾਂ ਦਲਜੀਤ ਸਿੰਘ ਹੁਣੀ ਤਾਂ ਬਿਕਰ ਸਿੰਘ ਉਹ ਮਸਲ ਪਾਵਰ ਸੀ, ਨਾਲ ਚੈਂਚਲ ਸਿੰਘ ਗਿੱਲ ਵਰਗੇ ਜਿਹੜੇ ਬੰਦੇ ਨਾਲ ਲੱਗ ਜਾਂਦੇ ਸੀਗੇ। ਬੜੀ ਜਦੋਜਹਿਦ ਕਰਨ ਦੇ ਬਾਵਜੂਦ 1979 ਦੇ ਵਿੱਚ ਗੁਰੂ ਅਮਰਦਾਸ ਨਿਵਾਸ ਸਥਾਨ, ਜਿੱਥੇ 15 ਲਾਟਾਂ ਨੇ, ਉਹ ਖਰੀਦਿਆ ਗਿਆ, ਜਿਹਦੇ ਵਿੱਚ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਵਿਸਤਾਰ ਕੀਤਾ ਗਿਆ। 1981 ਦੇ ਵਿੱਚ ਪਹਿਲੀ ਵਾਰੀ ਕੈਨੇਡਾ ਦੀ ਧਰਤੀ ਦੇ ਉੱਤੇ ਅਕਾਲ ਤਖਤ ਦੀ ਜਿਹੜੀ ਪ੍ਰਵਾਨਿਤ ਰਹਿਤ ਮਰਜ਼ਾਦਾ ਸੀ ਉਹਨੂੰ ਬਾਈਲਾਜ਼ ਦੇ ਵਿੱਚ ਪਾਇਆ ਗਿਆ। ਉਸ ਟਾਈਮ 'ਤੇ ਸਿੱਖ ਇੱਕ ਵੱਖਰੀ ਕੌਮ ਦਾ ਮਤਾ ਵੀ ਜਿਹੜਾ ਸੀ ਉਹ ਦਲਜੀਤ ਸਿੰਘ ਸੰਧੂ ਨੇ ਤਾਂ ਉਹਨਾਂ ਦੇ ਸਾਥੀਆਂ ਨੇ ਲਿਆਂਦਾ, ਜਦੋਂ ਕਿ ਉਹਦੀ ਮੁਖਾਲਫਤ ਵੀ ਬਹੁਤ ਸਾਰੇ ਜਿਹੜੇ ਹਿੰਦੁਸਤਾਨ ਸਰਕਾਰ ਦੇ ਗੋਲੇ ਸੀ ਉਹਨਾਂ ਵੱਲੋਂ ਕੀਤੀ ਗਈ, ਪਰ ਉਹ ਜਿਹੜਾ ਮਤਾ ਸੀ ਉਹ ਮੈਜੋਰਟੀ ਦੇ ਨਾਲ ਪਾਸ ਹੋਇਆ। ਆਲਮੋਸਟ 98% ਦੇ ਨਾਲ ਉਹ ਮਤਾ ਪਾਸ ਹੋਇਆ। 1982 ਦੇ ਵਿੱਚ ਸਰਦਾਰ ਦਲਜੀਤ ਸਿੰਘ ਸੰਧੂ ਨਾਲ ਮੇਰੇ ਵੱਡੇ ਭਾਈ ਸਾਹਿਬ ਚਰਨਜੀਤ ਸਿੰਘ ਰੰਧਾਵਾ ਜਨਰਲ ਸਕੱਤਰ ਸੀ, ਇਹ ਪ੍ਰਧਾਨ ਸੀ। ਉਸ ਵੇਲੇ ਸਾਰੇ ਸੱਜਣਾਂ ਦੀ ਮਿਹਨਤ ਦੇ ਨਾਲ ਰਿਚਮੰਡ ਦੇ ਵਿੱਚ ਨੰਬਰ 6 ਰੋਡ ਤੇ ਕੈਂਬੀ ਰੋਡ ਦੇ ਉੱਤੇ 32 ਏਕੜ ਜ਼ਮੀਨ ਖਰੀਦੀ ਗਈ। ਉਸ ਟਾਈਮ ਦੇ ਵਿੱਚ ਕਮਿਊਨਿਟੀ ਦੇ ਕੋਲ ਪੈਸੇ ਵੀ ਬਾਹਲੇ ਨਹੀਂ ਸੀਗੇ, ਇੰਟਰਸਟ ਰੇਟ ਵੀ ਆਲਮੋਸਟ ਉਦੋਂ 20 ਤੋਂ 22% ਦੇ ਨੇੜੇ ਸੀ। ਬੜੀ ਜਦੋਜਹਿਦ, ਲੰਮੀ ਜਦੋਜਹਿਦ ਕਰਕੇ ਉਹ ਜਿਹੜੀ ਪ੍ਰਾਪਰਟੀ ਸੀ ਉਹ ਕੰਪਲੀਟ ਕੀਤੀ। ਉਹਦੇ ਵਿੱਚ ਜਿਹੜਾ ਮਿਸ਼ਨ ਸੀਗਾ ਉਸ ਦੇ ਵਿੱਚ ਇਹ ਸੀਗਾ ਵੀ ਉੱਥੇ ਖਾਲਸਾ ਸਕੂਲ ਬਣਾਉਣਾ ਹੈ, ਫਿਊਨਰਲ ਹੋਮ ਬਣਾਉਣਾ ਹੈ, ਕਮਿਊਨਿਟੀ ਸੈਂਟਰ ਬਣਾਉਣਾ ਹੈ, ਪਰ ਉਹ ਕੁਛ ਕਾਰਨਾਂ ਕਰਕੇ ਉਹ ਜਿਹੜੀ ਸਾਡੀ ਜਿਹੜੀ ਸਕੀਮ ਸੀਗੀ ਉਹ ਸਿਰੇ ਨਾ ਚੜ੍ਹ ਸਕੀ। ਦਲਜੀਤ ਸਿੰਘ ਸੰਧੂ, ਜਿਸ ਤਰ੍ਹਾਂ ਪਹਿਲਾਂ ਸਰਦਾਰ ਸੁਰਿੰਦਰ ਸਿੰਘ ਜੱਬਲ ਹੋਣਾ ਨੇ ਦੱਸਿਆ, WSO ਦੀ ਸਥਾਪਤੀ ਕਰਨ ਦੇ ਵਿੱਚ, ਖਾਲਸਾ ਦੀਵਾਨ ਸੁਸਾਇਟੀ ਨੂੰ ਬੁਲੰਦੀਆਂ ਤੱਕ ਲਿਜਾਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਉਹਨਾਂ ਦੀ ਜਿਹੜੀ ਘਾਟ ਆ ਉਹ ਹਮੇਸ਼ਾ ਹੀ ਜਿਹੜੀ ਆ ਉਹ ਮਹਿਸੂਸ ਕੀਤੀ ਜਾਊਗੀ। 1982 ਦੇ ਵਿੱਚ ਇੱਥੇ ਪੰਜਾਂ ਸਿੰਘਾਂ ਦਾ ਜਿਹੜਾ ਜਥਾ ਸੀ ਉਹ ਧਰਮ ਯੁੱਧ ਮੋਰਚੇ ਦੀ ਹਮਾਇਤ ਲਈ ਹਿੰਦੁਸਤਾਨ ਦੀ ਧਰਤੀ 'ਤੇ ਭੇਜਿਆ ਗਿਆ, ਜਿਨ੍ਹਾਂ ਦੇ ਵਿੱਚ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਪਾਲ ਸਿੰਘ ਰੰਧਾਵਾ, ਬਾਬਾ ਬੂਟਾ ਸਿੰਘ ਜੀ ਪਨੇਸਰ, ਸਰਦਾਰ ਮੋਹਰ ਸਿੰਘ ਜੀ ਗਿੱਲ ਤਾਂ ਹੋਰ ਸੱਜਣ ਸੀਗੇ। ਉਹਦੇ ਵਿੱਚ ਸਰਦਾਰ ਬਾਬਾ ਕੇਰ ਸਿੰਘ ਜੀ ਬੈਂਸ ਸੀਗੇ। ਉਹ ਇੱਥੋਂ ਗਏ, ਜਿਨ੍ਹਾਂ ਨੇ ਉੱਥੇ ਜਾ ਕੇ ਪ੍ਰਚਾਰ ਕੀਤਾ। ਸਾਰੇ ਕੈਨੇਡਾ, ਇੰਗਲੈਂਡ ਦੇ ਵਿੱਚ ਦੀ ਹੋ ਕੇ ਉਹ ਗਏ, ਉਹਨਾਂ ਨੇ ਉੱਥੇ ਜਾ ਕੇ ਪ੍ਰਚਾਰ ਕੀਤਾ। ਸੰਤ ਲੰਗੋਵਾਲ ਹੁਣਾਂ ਦੇ ਨਾਲ, ਸੰਤ ਬਾਬਾ ਜਰਨੈਲ ਸਿੰਘ ਹੁਣਾਂ ਦੇ ਨਾਲ ਕੰਮ ਕੀਤਾ। ਦਲਜੀਤ ਸਿੰਘ ਸੰਧੂ ਹਮੇਸ਼ਾ ਹੀ ਉਹਨਾਂ ਦੇ ਨਾਲ, ਸੰਤ ਲੰਗੋਵਾਲ ਹੁਣਾਂ ਦੇ ਨਾਲ ਇਨ ਟੱਚ ਰਹਿੰਦੇ ਸੀ। ਬੜੀ ਵੱਡੀ ਇਹਨਾਂ ਨੇ ਸੇਵਾ ਕੀਤੀ। ਕੁਛ ਪਿਛਲੇ ਸਮੇਂ ਤੋਂ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀ। ਮੇਰੇ ਨਾਲ ਵੀ ਫੋਨ 'ਤੇ ਕਈ ਵਾਰੀ ਗੱਲ ਹੋ ਜਾਂਦੀ ਸੀਗੀ। ਅਚਾਨਕ ਜਿਹੜਾ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ 18 ਮਈ ਨੂੰ। ਉਹਨਾਂ ਦੀ ਜਿਹੜੀ ਘਾਟ ਆ ਉਹ ਹਮੇਸ਼ਾ ਹੀ ਜਿਹੜੀ ਉਹ ਸਿੱਖ ਸੰਸਥਾਵਾਂ ਦੇ ਵਿੱਚ ਰੜਕਦੀ ਰਹੂਗੀ। ਤਾਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਅਸੀਂ ਆਪਣੇ ਵੱਲੋਂ ਪੇਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਬਹੁਤ ਹੀ ਦੁਖਦਾਈ ਟਾਈਮ ਵਿੱਚ ਇਕੱਠੇ ਹੋਏ ਹਾਂ
ਤੇ ਸਾਡੇ ਵੱਡੇ ਭਰਾ ਸਰਦਾਰ ਦਲਜੀਤ ਸਿੰਘ ਸੰਧੂ ਜੋ 18 ਮਈ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਸਿੱਖ ਸੰਗਤ ਦੇ ਪਦਵੰਤੇ ਇਕੱਠੇ ਹੋਏ ਨੇ। ਤੇ ਉਹਨਾਂ ਵਿੱਚ ਦਲਜੀਤ ਸਿੰਘ ਸੰਧੂ ਦਾ ਹਮੇਸ਼ਾ ਹੀ ਸਾਨੂੰ ਅਗਵਾਈ ਦਿੰਦੇ ਰਹੇ ਨੇ। ਬਹੁਤ ਵੱਡਾ ਕਮਿਊਨਿਟੀ ਨੂੰ ਦੇਣ ਉਹਨਾਂ ਦਾ। ਉਹ ਖਾਲਸਾ ਦਵਾਂ ਸੁਸਾਇਟੀ ਦੇ 2 ਵਾਰੀ ਪ੍ਰਧਾਨ ਵੀ ਰਹੇ ਨੇ, ਖਾਲਸਾ ਦਵਾਂ ਸੁਸਾਇਟੀ ਵੈਨਕੂਵਰ ਦੇ। ਔਰ ਹੁਣ ਵੀ ਸਾਡੇ ਨਾਲ ਜਿਹੜੇ ਸਿੱਖ ਮਸਲਿਆਂ 'ਚ ਸੀਗੀ, ਬਹੁਤ ਚੜ੍ਹਦੀ ਕਲਾ ਵਿੱਚ ਭਾਗ ਲੈਂਦੇ ਸੀ। ਆ ਪਿਛਲੇ ਸਮੇਂ ਜਿਹੜਾ ਕੋਵਿਡ ਦਾ ਸਮਾਂ ਚੱਲ ਰਿਹਾ, ਇਹਦੇ ਵਿੱਚ ਵੀ ਫੋਨ 'ਤੇ ਹਮੇਸ਼ਾ ਉਹਨਾਂ ਨੇ ਸਾਰੇ ਸੱਜਣਾਂ ਨਾਲ ਫੋਨ 'ਤੇ ਹਮੇਸ਼ਾ ਰਾਏ ਕਰਨੀ ਔਰ ਸਭ ਨੂੰ ਰਾਏ ਦੱਸਣਾ ਵੀ, ਸਲਾਹ ਵੀ ਦੇਣੀ ਔਰ ਸਲਾਹ ਲੈਣੀ ਵੀ। ਤੇ ਬੜੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸੀ। ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਸਿਹਤ ਭਾਵੇਂ ਬਹੁਤੀ ਠੀਕ ਨਹੀਂ ਸੀ, ਕਈ ਵਾਰੀ ਹਸਪਤਾਲ ਵੀ ਹੋ ਗਏ, ਪਰ ਫਿਰ ਵੀ ਉਹ ਹਮੇਸ਼ਾ ਸਿੱਖੀ ਸੋਚ ਨੂੰ ਸਮਰਪਿਤ ਰਹੇ ਨੇ। ਔਰ ਉਹਨਾਂ ਨੂੰ ਆਪਣੇ ਸਿੱਖੀ ਸਿਧਾਂਤਾਂ ਬਾਰੇ ਲਿਖਣ ਦਾ ਵੀ ਬਹੁਤ ਚਾਅ ਸੀ। ਬਹੁਤ ਆਪਣੀਆਂ ਰਚਨਾਵਾਂ ਵੀ ਉਹਨਾਂ ਨੇ ਲਿਖੀਆਂ ਨੇ। ਬਹੁਤ ਕੌਮ ਨੂੰ ਸੇਧ ਦਿੰਦੇ। ਔਰ ਜਿਹੜੇ ਸਾਡੇ ਪਾਇਨੀਅਰ ਨੇ ਸਿੱਖੀ ਸੋਚ ਨੂੰ ਅਪਣਾਏ ਹੋਏ, ਉਹਨਾਂ ਨਾਲ ਹਮੇਸ਼ਾ ਉਹ ਮਿਲ ਕੇ ਚੱਲਦੇ। ਔਰ ਸਾਡੇ ਗੁਰਦੁਆਰਾ ਸਾਹਿਬਾਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਸਰੀ ਵਿੱਚ, ਵੈਨਕੂਵਰ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ। ਔਰ ਹਮੇਸ਼ਾ ਸਿੱਖ ਕੌਮ ਨੂੰ ਜੋੜਨ ਵਿੱਚ ਵੀ ਉਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਸਾਰੇ ਹੀ ਸਿੱਖ ਜਿੰਨੇ ਵੀ ਦੁਨੀਆ ਵਿੱਚ ਵਸਦੇ ਨੇ, ਉਹਨਾਂ ਨੂੰ ਬਹੁਤ ਵੱਡਾ ਇਹ ਝਟਕਾ ਲੱਗਿਆ ਉਹਨਾਂ ਦੇ ਜਾਣ ਨਾਲ। ਔਰ ਬੇਵਕਤ ਮੌਤ 'ਤੇ ਸਾਰੇ ਹੀ ਸੰਗਤ ਔਰ ਅਸੀਂ ਸਿੱਖ ਸੰਗਤ ਵੈਨਕੂਵਰ ਵੱਲੋਂ ਜਿਹੜੀ ਅੱਜ ਕੱਲ੍ਹ ਰੋਸ ਸਟਰੀਟ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿੱਚ ਸੁਧਾਰ ਲਈ ਉਹਨਾਂ ਦੀ ਅਗਵਾਈ ਨਾਲ ਹੀ ਜਦੋਜਹਿਦ ਕਰ ਰਹੇ ਆ। ਉਹ ਸਾਰਿਆਂ ਵੱਲੋਂ ਹੀ ਅਸੀਂ ਉਹਨਾਂ ਨੂੰ ਇਹ ਟਾਈਮ 'ਤੇ ਆਈ ਹੋਈ ਮੌਤ ਨੂੰ ਬਹੁਤ ਜ਼ਿਆਦਾ ਸਦਮਾ ਸਾਨੂੰ ਲੱਗਿਆ। ਅਸੀਂ ਸਾਡੇ ਵੱਲੋਂ ਸਾਰੇ ਸੱਚੀ ਸ਼ਰਧਾਂਜਲੀ ਉਹਨੂੰ ਭੇਟ ਕਰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।